Welcome to Apical Biology. Today we will start with genetic drift and bottleneck effect. ਜਿਵੇਂ ਕਿ ਅਸੀਂ ਹਾਰਡੀ ਵੇਨਬਰਗ ਲਾਅ ਦੇ ਵਿੱਚ ਕਰ ਚੁੱਕੇ ਹਾਂ ਕਿ ਕਿਹੜੀਆਂ ਉਹ ਕੰਡੀਸ਼ਨਸ ਨੇ ਜਿਨ੍ਹਾਂ 'ਚ ਹਾਰਡੀ ਵੇਨਬਰਗ ਲਾਅ ਅਪਲਾਈ ਨਹੀਂ ਹੁੰਦਾ ਜਾਂ ਉਹ ਕਿਹੜੇ ਫੈਕਟਰਸ ਨੇ ਜਿਹੜੇ ਹਾਰਡੀ ਵੇਨਬਰਗ ਲਾਅ ਨੂੰ ਅਫੈਕਟ ਕਰਦੇ ਆ। ਠੀਕ ਹੈ, ਸੋ ਜੈਨੇਟਿਕ ਡਰਿਫਟ ਇਜ਼ ਵਨ ਆਫ ਦੈਮ। ਇਹਦੇ ਵਿੱਚ ਹੁਣ ਕੀ ਹੁੰਦਾ ਹੈ ਜੈਨੇਟਿਕ ਡਰਿਫਟ ਦੇ ਵਿੱਚ ਕਿ ਜਿਹੜੀਆਂ ਅਲੀਲ ਫ੍ਰੀਕੁਐਂਸੀਜ਼ ਨੇ, ਠੀਕ ਹੈ, ਦੈਟ ਕੈਨ ਬੀ ਚੇਂਜਡ ਡਿਊਰਿੰਗ ਟਾਈਮ। allele frequencies can be changed during time ਐਂਡ ਇਹ ਰੈਂਡਮਲੀ ਹੁੰਦੀਆਂ, ਠੀਕ ਹੈ, ਰੈਂਡਮਲੀ ਬਾਏ ਚਾਂਸ। ਅਸੀਂ ਇਹਨੂੰ ਕੋਈ ਸਾਡੇ ਕੰਟਰੋਲ 'ਚ ਨਹੀਂ ਹੈ, ਇਟ ਇਜ਼ ਬਾਏ ਚਾਂਸ ਔਰ ਰੈਂਡਮਲੀ। ਇਹਦੇ ਵਿੱਚ ਹੁਣ ਕੀ ਆ, ਸਪੋਜ਼ ਕਿ ਜਿਵੇਂ ਅਸੀਂ ਡੋਮੀਨੈਂਟ ਰਿਸੈਸਿਵ ਅਲੀਲ ਦੇਖਦੇ ਹਾਂ, ਜੀਨ ਦੇਖਦੇ ਹਾਂ, ਅਤੇ ਅਸੀਂ ਇਹ ਕਨਫਰਮ ਨਹੀਂ ਕਰ ਸਕਦੇ ਕਿ ਹਾਂਜੀ ਆਉਣ ਵਾਲੀਆਂ 5 ਜਨਰੇਸ਼ਨ ਜਿਹੜੀਆਂ ਆ ਉਹਨਾਂ ਦੇ ਵਿੱਚ ਡੋਮੀਨੈਂਟ ਜੀਨ ਹੀ ਰਹੇਗਾ। ਠੀਕ ਹੈ, ਇਹ ਉਹਨਾਂ ਦੀ ਰੈਂਡਮ ਹੈ, ਉਹਨਾਂ ਦੇ ਵਿੱਚ ਬਾਏ ਚਾਂਸ ਹੈ ਕਿ ਉਹ ਕਿਹੜਾ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਜਾਂ ਕਿਹੜਾ ਜਿਹੜਾ ਉਹ ਕੌਂਸਟੈਂਟ ਨਹੀਂ ਰਹਿੰਦਾ। ਠੀਕ ਹੈ, ਹੁਣ ਇਹਦੇ ਵਿੱਚ ਜਿਹੜੀ ਜੈਨੇਟਿਕ ਡਰਿਫਟ ਹੋਊਗੀ ਇਹ ਕਦੋਂ ਐਪਲੀਕੇਬਲ ਆ, ਜਦੋਂ ਪਾਪੂਲੇਸ਼ਨ ਦਾ ਸਾਈਜ਼ ਬਹੁਤ ਸਮੋਲ ਹੋਏ। ਠੀਕ ਹੈ, ਬਹੁਤ ਸਮੋਲ ਸਾਈਜ਼ ਹੋਏ ਪਾਪੂਲੇਸ਼ਨ ਦਾ, ਅਤੇ ਫਿਰ ਜਿਹੜਾ ਇਹ ਜੈਨੇਟਿਕ ਡਰਿਫਟ ਆ ਫਿਰ ਇਹ ਐਪਲੀਕੇਬਲ ਆ। ਜਿਵੇਂ ਅਸੀਂ ਹਾਰਡੀ ਵੇਨਬਰਗ ਲਾਅ ਕਰਦੇ ਸੀਗੇ ਅਤੇ ਉਹਦੇ 'ਚ ਅਸੀਂ ਪੜ੍ਹਿਆ ਸੀਗਾ ਕਿ ਇਹ ਹਾਰਡੀ ਵੇਨਬਰਗ ਲਾਅ ਉਦੋਂ ਐਪਲੀਕੇਬਲ ਆ ਜਦੋਂ ਪਾਪੂਲੇਸ਼ਨ ਦਾ ਸਾਈਜ਼ ਬਹੁਤ ਲਾਰਜ ਹੋਏ। ਬਟ ਜਿਹੜੀ ਜੈਨੇਟਿਕ ਡਰਿਫਟ ਆ ਇਹ ਕਦੋਂ ਐਪਲੀਕੇਬਲ ਆ, ਜਦੋਂ ਪਾਪੂਲੇਸ਼ਨ ਦਾ ਸਾਈਜ਼ ਜਿਹੜਾ ਹੈ ਉਹ ਸਮੋਲ ਹੋਏ। ਇਟ ਮੀਨਸ ਕਿ ਜਿਹੜੀ ਜੈਨੇਟਿਕ ਡਰਿਫਟ ਆ ਇਟ ਡਜ਼ ਨਾਟ ਫੋਲੋ ਦ ਹਾਰਡੀ ਵੇਨਬਰਗ ਲਾਅ। ਠੀਕ ਹੈ, ਹੁਣ ਅਸੀਂ ਇਹਦੇ ਵਿੱਚ ਕੀ ਕਰਨਾ ਆ, ਇੱਕ ਐਗਜ਼ਾਮਪਲ ਕਰਾਂਗੇ ਅਤੇ ਦੇਖਾਂਗੇ ਕਿ ਜੈਨੇਟਿਕ ਡਰਿਫਟ ਜਿਹੜੀ ਆ ਉਹ ਕਿਵੇਂ ਹੁੰਦੀ ਹੈ। ਹੁਣ ਅਸੀਂ ਦੇਖਣਾ ਕਿ ਜੈਨੇਟਿਕ ਡਰਿਫਟ ਕਦੋਂ ਹੁੰਦੀ ਹੈ, ਅਤੇ ਇਹਦੇ ਵਿੱਚ ਅਸੀਂ 5 ਪਾਪੂਲੇਸ਼ਨਸ ਲੈ ਲਈਆਂ। ਸਪੋਜ਼ 4 ਪਾਪੂਲੇਸ਼ਨ ਲੈ ਲਈਆਂ, 2, 3 ਐਂਡ 4। ਠੀਕ ਹੈ, ਇਹਨਾਂ 4 ਪਾਪੂਲੇਸ਼ਨ ਦੇ ਵਿੱਚ ਹੁਣ ਅਸੀਂ ਦੇਖਣਾ ਹੈ ਕਿ ਕਿਵੇਂ ਜਿਹੜਾ ਡੋਮੀਨੈਂਟ ਆ ਅਤੇ ਰਿਸੈਸਿਵ ਅਲੀਲ ਹੈ ਉਹਨਾਂ ਦਾ ਰੈਂਡਮਲੀ ਫ੍ਰੀਕੁਐਂਸੀ ਉਹਨਾਂ ਦੀ ਚੇਂਜ ਹੋ ਰਹੀ ਹੈ। ਠੀਕ ਹੈ, ਜਿਵੇਂ ਪਹਿਲੀ ਪਾਪੂਲੇਸ਼ਨ ਉਹਦੇ ਵਿੱਚ ਜਿਹੜੀ ਪੀ ਹੈ ਉਹ ਡੋਮੀਨੈਂਟ ਅਸੀਂ ਮੰਨਿਆ, ਅਸੀਂ ਹਾਰਡੀ ਵੇਨਬਰਗ ਲਾਅ ਕੀਤਾ ਹੈ, ਸੋ ਸਾਨੂੰ ਪਤਾ ਹੈ ਕਿ ਪੀ ਰਿਪਰੈਜ਼ੈਂਟ ਡੋਮੀਨੈਂਟ ਜੀਨ ਐਂਡ ਕਿਊ ਰਿਪਰੈਜ਼ੈਂਟ ਜਿਹੜਾ ਹੈ ਰਿਸੈਸਿਵ ਜੀਨ ਔਰ ਅਲੀਲ। ਹੁਣ ਕੀ ਆ ਕਿ ਜਿਹੜੀ ਡੋਮੀਨੈਂਟ ਅਤੇ ਰਿਸੈਸਿਵ ਦੀ ਫ੍ਰੀਕੁਐਂਸੀ ਆ ਉਹ ਪਾਪੂਲੇਸ਼ਨ ਦੇ ਵਿੱਚ ਸੇਮ ਸੀ, ਐਂਡ ਇਹ ਜਿਹੜੀਆਂ ਰਿਪਰੈਜ਼ੈਂਟ ਕੀਤੀਆਂ ਨੇ ਚਾਰੋਂ ਇਹ ਇਹਨਾਂ ਦਾ ਗ੍ਰੈਜੂਅਲ ਸੀਰੀਜ਼ ਆ। ਠੀਕ ਹੈ, ਇੱਕ ਹੀ ਪਾਪੂਲੇਸ਼ਨ ਆ ਉਹਦੀਆਂ ਗ੍ਰੈਜੂਅਲ ਟਾਈਮ ਸਕੇਲ ਦੇ ਅਕੋਰਡਿੰਗ ਉਹਨਾਂ ਦੀਆਂ ਸੀਰੀਜ਼ ਆ ਕਿ ਪਹਿਲਾਂ ਕੀ ਸੀ, ਫਿਰ ਕੁਝ ਸਮੇਂ ਬਾਅਦ, ਕੁਝ ਹੋਰ ਸਮੇਂ ਬਾਅਦ, ਐਂਡ ਫਿਰ ਦੈਨ। ਠੀਕ ਹੈ, ਹੁਣ ਇਹਨਾਂ ਦੀਆਂ ਫ੍ਰੀਕੁਐਂਸੀਜ਼ ਪਹਿਲਾਂ ਇਕੁਅਲ ਸੀ ਦੋਨਾਂ ਦੀਆਂ, ਫਿਰ ਕੀ ਹੋਇਆ ਜਿਹੜੀ ਪੀ ਆ ਹੌਲੀ ਹੌਲੀ ਟਾਈਮ ਪਾ ਕੇ ਪੀ ਦੀ ਫ੍ਰੀਕੁਐਂਸੀ ਜਿਹੜੀ ਆ ਦੇਖੋ ਤੁਸੀਂ ਕਿ 5 ਤੋਂ ਘੱਟ ਕੇ 3 'ਤੇ ਆ ਗਈ। ਠੀਕ ਹੈ, ਨੰਬਰ ਥੋੜ੍ਹਾ ਰਹਿ ਗਿਆ ਅਲੀਲ ਦਾ, ਐਂਡ ਫਿਰ ਗ੍ਰੈਜੂਅਲੀ ਹੋਰ ਜਿਹੜਾ ਡੋਮੀਨੈਂਟ ਅਲੀਲ ਆ ਉਹਦੀ ਫ੍ਰੀਕੁਐਂਸੀ ਘਟਦੀ ਗਈ, 0.2 ਹੋ ਗਈ, ਅਲਟੀਮੇਟਲੀ 0 ਹੋ ਗਈ। ਠੀਕ ਹੈ, ਇਹਦਾ ਮਤਲਬ ਪੀ ਇਜ਼ ਗੈਟਿੰਗ ਡਾਊਨ। ਠੀਕ ਹੈ, ਐਂਡ ਇਨ ਦ ਲਾਸਟ ਪਾਪੂਲੇਸ਼ਨ ਦੇਅਰ ਇਜ਼ ਓਨਲੀ 1 ਜੀਨ ਔਰ 1 ਅਲੀਲ ਦੈਟ ਇਜ਼ ਕਿਊ। ਇੱਥੋਂ ਪੂਰੀ ਤਰ੍ਹਾਂ ਹੀ ਰਿਮੂਵ ਹੋ ਗਿਆ। ਠੀਕ ਹੈ, ਹੁਣ ਕੀ ਆ ਕਿ ਅਸੀਂ ਜੇ ਇਹਨੂੰ ਇੱਕ ਗ੍ਰਾਫ ਦੀ ਹੈਲਪ ਦੇ ਨਾਲ ਸਮਝੀਏ ਜੈਨੇਟਿਕ ਡਰਿਫਟ ਨੂੰ, ਅਤੇ ਸਾਡੇ ਕੋਲ ਜਿਹੜੀ 0.5 ਆ ਉਹ ਵੈਲਿਊ ਅਸੀਂ ਕਾਮਨ, ਕਿਉਂਕਿ ਪਹਿਲੀ ਪਾਪੂਲੇਸ਼ਨ ਦੇ ਵਿੱਚ ਅਸੀਂ ਦੇਖਿਆ ਸੀ ਕਿ ਦੋਨਾਂ ਦੀਆਂ ਫ੍ਰੀਕੁਐਂਸੀ ਸੇਮ ਸੀਗੀਆਂ। ਠੀਕ ਹੈ, ਇੱਥੇ ਅਸੀਂ 0.5 ਇੱਧਰ 0.6, 0.7, 0.8, 0.9 ਐਂਡ 10, ਇੱਧਰ 0.4, 0.3, 0.2, 0.1। ਠੀਕ ਹੈ, 0। ਹੁਣ ਜੇ ਅਸੀਂ ਪੀ ਦੀ ਗੱਲ ਕਰੀਏ ਤਾਂ ਪਹਿਲਾਂ ਪੀ ਸੀਗਾ, ਇੱਧਰ ਅਸੀਂ ਪੀ ਲਵਾਂਗੇ, ਇੱਧਰ ਕਿਊ। ਠੀਕ ਹੈ, ਪੀ ਸੀ ਪਹਿਲਾਂ 0.5 ਸੀ। ਠੀਕ ਹੈ, ਦੈਨ ਪੀ ਕਿੱਥੇ ਆ ਗਿਆ, 0.3 'ਤੇ ਆ ਗਿਆ, ਦੈਨ ਕੀ ਹੋਇਆ ਪੀ 0.2 'ਤੇ ਆ ਗਿਆ, ਐਂਡ ਦੈਨ ਉਹ ਗ੍ਰੈਜੂਅਲੀ 0 'ਤੇ ਆ ਗਿਆ। ਠੀਕ ਹੈ, ਇਸੇ ਤਰ੍ਹਾਂ ਹੀ ਕਿਊ ਸੀ ਪਹਿਲਾਂ 0.5 ਹੀ, ਦੈਨ ਉਹ 0.7 'ਤੇ ਗਿਆ। ਠੀਕ ਹੈ, ਦੈਨ ਉਹ 0.8 'ਤੇ ਗਿਆ, ਐਂਡ ਦੈਨ ਕੀ ਹੋ ਗਿਆ ਉਹ 10 'ਤੇ ਗਿਆ। ਹੁਣ ਕੀ ਆ ਜਿਹੜੀਆਂ ਅਲੀਲ ਫ੍ਰੀਕੁਐਂਸੀਜ਼ ਨੇ ਪੀ ਅਤੇ ਕਿਊ ਦੀਆਂ
दे आर ड्रिफ्टिंग अपार्ट, ठीक है, देख सकते हैं तुसी, दे आर ड्रिफ्टिंग अपार्ट। ये की इधर वाली लाइन की रिप्रजेंट कर रही है, टाइम स्केल, समा रिप्रजेंट कर रही है। तो हौली हौली समा पा के दोनों दियाँ फ्रीकुएंसीज जिहड़ियां ने वो चेंज हुंदियां जा रही ने, ये साडे कोल की होगी, जेनेटिक ड्रिफ्ट होगी, ठीक है। हुण इहदे नाल ही असीं समझदे हां कि बॉटल नैक इफैक्ट जिहड़ा आ वो की है। बॉटल नैक इफैक्ट, बॉटल नैक इफैक्ट एक एग्जाम्पल की हैल्प दे नाल समझांगे। बॉटल नैक इफैक्ट च हुंदा है कि वैन पॉपूलेशन इज सिक्वीज्ड थ्रू बॉटल नैक, ठीक है, वैन पॉपूलेशन इज स्क्वीज्ड थ्रू बॉटल नैक, ठीक है। ਇਹਦੇ ਵਿੱਚ ਅਸੀਂ एग्जाम्पल ਲਵਾਂਗੇ नॉर्दर्न कैलीफोर्निया सील ਦੀ, US ਦਾ ਜਿਹੜਾ ਸੀ ਆ नॉर्दर्न सी, ਉਹਦੇ ਵਿੱਚ ਜਿਹੜੀਆਂ ਸੀਲਸ ਸੀਗੀਆਂ, ਠੀਕ ਹੈ, ਸੀਲਸ ਦੀ ਜਿਹੜੀ ਪੋਪੂਲੇਸ਼ਨ ਆ ਉਹਦੀ एग्जाम्पल ਲਵਾਂਗੇ। 1890 ਦੇ ਵਿੱਚ, ਜਦੋਂ 1890s ਦਾ ਟਾਈਮ ਸੀਗਾ, ਉਸ ਟਾਈਮ 'ਤੇ नॉर्दर्न सी ਦੇ ਵਿੱਚ ਸੀਲਸ ਦੀ ਪੋਪੂਲੇਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਸੀ, ਦੈਟ ਵਾਜ਼ ਅਰਾਊਂਡ 1 ਲੱਖ, ठीक है। उस सी दे विच हौली हौली की होया, जदों मैरीन पोल्यूशन होया या ह्यूमन की वजह करके डिस्ट्रक्शन हुई, ठीक है, यह साडे कोल उन्हां दा नंबर सीगा, दैट वाज अराउंड 1 लाख, इन्ना नंबर सी, उस सी कल्ले की गल करते पे हैं। बाद विच ह्यूमन की वजह ना, ह्यूमन दी डिस्ट्रक्टिव जिहड़ियां हैबिट्स आ उन्हां दी वजह ने या पोल्यूशन की वजह नाल सील्स का नंबर जिहड़ा सीगा वो घट के कितना रह गया, सिर्फ 50 रह गया सिर्फ। इमैजिन कि 1 लाख तो 50 रह गया। हुण की आ, जदों ये वाला टाइम चल रहा होगा उस पॉपूलेशन ते, ठीक है, उस टाइम ते ये वाली पॉपूलेशन दे विच बहुत ज़्यादा चांस आ कादे, जेनेटिक ड्रिफ्ट आउण दे। जेनेटिक ड्रिफ्ट मतलब जिहड़ियां फ्रीकुएंसीज ने अलील्स दियां उन्हां दे चेंज होने दे बहुत ज़्यादा चांस ने, बिकॉज पॉपूलेशन का साइज़ की आ वेरी स्मॉल, ठीक है। हुण ये वाला जिहड़ा ये वाली जिहड़ी पॉपूलेशन का इन्ना हिस्सा रिप्रजेंट कर रहा है, इनू कहने असीं बॉटल नैक इफैक्ट, कि जदों पॉपूलेशन एक इहो जिहे टाइम च लंघदी आ कि उन्हां दे बहुत थोड़े मैंबर रह जांदे आ, ते उत्थे ओहदियां फ्रीकुएंसीज जिहड़ी आ चेंज होने दे सब तो वध चांस हुंदे आ, ओह हो गया बॉटल नैक इफैक्ट, ठीक है। अल्टीमेटली की होया कि फिर ध्यान दिता गया लोगों वालों या गवर्नमेंट वालों कि सील्स की पॉपूलेशन घट रही है, तो फिर उन्होंने जी उन्होंने ब्रीडिंग कंट्रोल की गई या उन्होंने बचाने का काम किया गया, तो फिर उन्होंने जोड़ा नंबर सीगा वो इनक्रीज़ हो गया, तो वह वध के कितना हो गया, 1,50,000 के अराउंड हो गया, ठीक है। बॉटल नैक इफैक्ट कौन रिप्रजेंट कर रही है, ए वाला 50, जिथे सील्स का नंबर सिर्फ कितना रह गया सी, 50 रह गया सी। इत्थे सब तो वध चांस सी कादे कि कोई भी पॉपूलेशन आ उहदे विच जेनेटिक ड्रिफ्ट आउण दे। सो दिस वाज द बॉटल नैक इफैक्ट।